ਕ੍ਰਿਸ਼ਨ ਚੰਦਰ ਦਾ ਨੋਵਲਿਸਟ ਗੱਦਾਰ ਦਾ ਦੂਸਰਾ ਅੰਗ। ਲਾਹੌਰ ਸਟੇਸ਼ਨ 'ਤੇ ਪਹੁੰਚ ਕੇ ਤੁਫਾਇਲ ਨੇ ਮੈਨੂੰ ਕਿਹਾ, ਸੂਰਦਿਆ ਪੁੱਤਾ, ਬਦ ਤੁਖਮੇ ਬਾਹਮਣਾ, ਜੇ ਸ਼ਾਦਾਂ ਨੇ ਮੈਨੂੰ ਸਹੁੰ ਨਾ ਪਾਈ ਹੁੰਦੀ ਤਾਂ ਗੱਡੀ 'ਚ ਮੈਂ ਤੈਨੂੰ ਖ਼ਤਮ ਕਰ ਦਿੰਦਾ। ਲੈ, ਇਸ ਕਾਗਜ਼ 'ਤੇ ਖੈਰੀਅਤ ਦਾ ਰੁੱਕਾ ਲਿਖ ਦੇ, ਹੋਰ ਕੁਛ ਨਾ ਲਿਖੀ, ਨਹੀਂ ਤਾਂ ਧੌਣ ਲਾ ਦਿਆਂਗਾ। ਮੈਂ ਡਰਦਿਆਂ ਸ਼ਾਦਾਂ ਨੂੰ ਲਿਖਿਆ, ਸ਼ਾਦਾਂ ਤੇਰੇ ਭਰਾ ਨੇ ਲਾਹੌਰ ਤੱਕ ਮੈਨੂੰ ਖੈਰੀਅਤ ਨਾਲ ਪਹੁੰਚਾ ਦਿੱਤਾ। ਜਦੋਂ ਤੱਕ ਜਿਉਂਦਾ ਰਹਾਂਗਾ ਤੇਰਾ ਅਹਿਸਾਨ ਮੰਨਾਂਗਾ। ਬੈਜਨਾਥ। ਤੁਫੈਲ ਨੇ ਆਖਰੀ ਵਾਕ ਪੈਨਸਲ ਨਾਲ ਕੱਟ ਦਿੱਤਾ। ਇਹਦੀ ਕੀ ਲੋੜ ਹੈ? ਫਿਰ ਉਹਨੇ ਕਾਗਜ਼ ਤਹਿ ਮਾਰ ਕੇ ਜੇਬ 'ਚ ਪਾ ਲਿਆ ਅਤੇ ਮੇਰੇ ਵੱਲ ਖੂੰਖਾਰ ਨਜ਼ਰਾਂ ਨਾਲ ਦੇਖਦਾ ਉਹ ਬੋਲਿਆ, ਲੈ ਹੁਣ ਦੌੜ ਜਾ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ। ਤੈਨੂੰ ਦੇਖ ਕੇ ਮੇਰੀਆਂ ਨਜ਼ਰਾਂ 'ਚ ਖੂਨ ਉਤਰਦਾ, ਕੁੱਤਿਆ ਬਾਹਮਣਾ। ਮੈਂ ਕਾਹਲ ਨਾਲ ਉੱਥੋਂ ਹਟ ਗਿਆ ਅਤੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਟਾਂਗੇ 'ਚ ਬੈਠ ਗਿਆ। ਟਾਂਗੇ 'ਚ ਬੈਠ ਕੇ ਸ਼ਾਹ ਆਲਮੀ ਆਇਆ। ਸ਼ਾਹ ਆਲਮੀ ਦਰਵਾਜ਼ੇ 'ਤੇ ਟਾਂਗੇ ਵਾਲੇ ਨੇ ਮੈਨੂੰ ਲਾਹ ਦਿੱਤਾ। ਉਹਨੇ ਸ਼ਾਹ ਆਲਮੀ ਦੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਮੈਂ ਪੈਦਲ ਹੀ ਅੰਦਰ ਵੱਲ ਤੁਰ ਪਿਆ ਅਤੇ ਬੁੰਦਾਵਲੀ ਗਲੀ 'ਚ ਹੋ ਕੇ ਸੂਰਤ ਮੰਡੀ 'ਚ ਆਪਣੇ ਘਰ ਵੱਲ ਤੁਰਦਾ ਰਿਹਾ। ਇੱਥੇ ਰਸਤੇ 'ਚ ਇੱਕ ਮੁੰਡਾ ਕਦੀ ਮੇਰੇ ਅੱਗੇ ਕਦੀ ਪਿੱਛੇ ਤੁਰਨ ਲੱਗਦਾ। ਮੈਂ ਉਹਨੂੰ ਕਿਹਾ, ਮੈਂ ਜਿਹੜਾ ਇਕੱਲਾ ਇੱਥੇ ਘੁੰਮ ਰਿਹਾ ਮੈਂ ਵੀ ਤਿਆਰ ਹਾਂ, ਬਸ ਇੰਨਾ ਸੋਚ ਲਵੀਂ। ਮੇਰੀ ਇਹ ਗੱਲ ਸੁਣ ਕੇ ਮੁੰਡਾ ਰਫੂ ਚੱਕਰ ਹੋ ਗਿਆ ਅਤੇ ਮੈਂ ਆਪਣੇ ਘਰ ਵੱਲ ਭੌਂ ਗਿਆ। ਘਰੇ ਜਾ ਕੇ ਦੇਖਿਆ ਦਰਵਾਜ਼ੇ ਨੂੰ ਜਿੰਦਰਾ ਲੱਗਾ ਹੋਇਆ ਸੀ। ਘਰੇ ਕੋਈ ਨਹੀਂ ਸੀ। ਮਾਂ ਪਿਓ, ਭਰਾ ਭੈਣ, ਬੀਵੀ, ਬੱਚੇ ਸਾਰੇ ਗਾਇਬ ਸਨ ਅਤੇ ਵੀ ਪਤਾ ਨਾ ਲੱਗਿਆ ਕਿ ਉਹ ਕਿੱਥੇ ਗਏ ਨੇ, ਕਿਉਂਕਿ ਆਸੇ ਪਾਸੇ ਦੇ ਸਾਰੇ ਘਰਾਂ ਨੂੰ ਜਿੰਦਰੇ ਲੱਗੇ ਸਨ। ਚਾਰੇ ਪਾਸੇ ਸੰਨਾਟਾ ਸੀ। ਹੁਣ ਮੈਂ ਜਾਵਾਂ ਤਾਂ ਕਿੱਥੇ ਜਾਵਾਂ, ਕੁਝ ਸਮਝ 'ਚ ਨਹੀਂ ਆਉਂਦਾ ਪਿਆ ਸੀ। ਅਜਿਹੀ ਮੁਸੀਬਤ 'ਚ ਹੰਝੂ ਵੀ ਨਹੀਂ ਆਉਂਦੇ, ਬਸ ਗਲਾ ਖੁਸ਼ਕ ਹੋਣ ਲੱਗਦਾ। ਮੈਂ ਬੜੀ ਮੁਸ਼ਕਿਲ ਨਾਲ ਆਪਣੇ ਮੂੰਹ ਦਾ ਥੁੱਕ ਅੰਦਰ ਲੰਘਾਇਆ, ਇੱਧਰ ਉੱਧਰ ਦੇਖਿਆ ਅਤੇ ਫਿਰ ਗਲੀ ਦੀ ਟੁੱਟੀ ਨਾਲੀ ਦੀ ਇੱਕ ਇੱਟ ਚੁੱਕ ਕੇ ਉਸ ਨਾਲ ਘਰ ਦਾ ਜਿੰਦਰਾ ਤੋੜ ਦਿੱਤਾ। ਅੰਦਰ ਵੜ ਘਰ ਭਾਂ ਕਰ ਰਿਹਾ ਸੀ। ਸਾਰਾ ਕੀਮਤੀ ਸਮਾਨ ਗਾਇਬ ਸੀ। ਉਹ ਲੋਕ ਕੰਮ ਦਾ ਸਾਰਾ ਸਮਾਨ ਲੈ ਗਏ ਸਨ। ਮੈਂ ਕਿਚਨ 'ਚ ਜਾ ਕੇ ਦੇਖਿਆ, ਭਾਂਡੇ ਤਾਂ ਸੀ ਪਰ ਖਾਣ ਲਈ ਕੋਈ ਚੀਜ਼ ਨਹੀਂ ਸੀ। ਮੈਂ ਨਲਕਾ ਗੇੜ ਕੇ ਪਾਣੀ ਪੀਤਾ ਅਤੇ ਫਿਰ ਉਤਲੀ ਮੰਜ਼ਿਲ 'ਤੇ ਮੰਜੀ 'ਤੇ ਲੇਟ ਗਿਆ। ਸਾਰੀ ਰਾਤ ਮੈਂ ਉਤਲੀ ਮੰਜ਼ਿਲ 'ਤੇ ਕਦੀ ਸੁੱਤਾ ਰਿਹਾ, ਕਦੀ ਜਾਗਦਾ ਰਿਹਾ। ਰਾਤ ਨੂੰ ਕਦੀ ਤਾਂ ਅਜਿਹਾ ਸਨਾਟਾ ਛਾ ਜਾਂਦਾ ਜਿਵੇਂ ਇਸ ਸ਼ਹਿਰ ਦੇ ਸਾਰੇ ਆਦਮੀ ਮਰ ਗਏ ਹੋਣ, ਅਤੇ ਕਦੀ ਅਜਿਹੀ ਕੁਰਲਾਹਟ ਸੁਣਾਈ ਦਿੰਦੀ ਜਿਵੇਂ ਦਮ ਤੋੜਦੇ ਹੋਏ ਬੱਕਰੇ ਕੁਰਲਾ ਰਹੇ ਹੋਣ। ਕਦੀ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ। ਚਾਰੇ ਪਾਸੇ ਪਟਾਕੇ ਜੇ ਚੱਲਦੇ ਲੱਗਦੇ, ਫਿਰ ਯਕਦਮ ਕਬਰ ਵਰਗੀ ਚੁੱਪ ਛਾ ਜਾਂਦੀ। ਇੱਕ ਦਿਨ ਤੇ ਇੱਕ ਰਾਤ ਮੈਂ ਆਪਣੇ ਘਰ 'ਚ ਲੁਕਿਆ ਰਿਹਾ। ਆਖਰ ਜਦੋਂ ਭੁੱਖ ਨੇ ਡਾਢਾ ਜ਼ੋਰ ਮਾਰਿਆ ਤਾਂ ਫਿਰ ਬਾਹਰ ਨਿਕਲ ਪਿਆ। ਰਸਤੇ 'ਚ ਕਿਸੇ ਨੇ ਟੋਕਾ ਟਾਕੀ ਨਹੀਂ ਕੀਤੀ। ਤੁਰਦਾ ਸੂਤਰ ਮੰਡੀ ਦੇ ਲੋਹਾਰੀ ਗੇਟ ਤੋਂ ਮੋਰੀ ਗੇਟ, ਉੱਥੋਂ ਬਾਦਸ਼ਾਹੀ ਮਸਜਿਦ ਵੱਲ ਨਿਕਲ ਆਇਆ। ਕਿਉਂ ਆ ਗਿਆ ਇਹ ਤਾਂ ਮੈਨੂੰ ਪਤਾ ਨਹੀਂ। ਉੱਥੋਂ ਮੈਂ ਹੀਰਾ ਮੰਡੀ ਚਲਾ ਗਿਆ। ਹੀਰਾ ਮੰਡੀ 'ਚ ਅਨਵਰ ਕਬਾਬ ਵਾਲੇ ਤੋਂ ਕਬਾਬ ਖਾਣ ਲੱਗਾ। ਅਨਵਰ ਕਬਾਬ ਵਾਲੇ ਨੇ ਮੈਨੂੰ ਪਛਾਣ ਲਿਆ। ਉਹਨੇ ਮੈਨੂੰ ਅੱਖ ਮਾਰੀ ਪਰ ਕਿਹਾ ਕੁਛ ਨਹੀਂ, ਕਿਉਂਕਿ 2-3 ਸ਼ੱਕੀ ਕਿਸਮ ਦੇ ਮੁਸਲਮਾਨ ਉਹਦੀ ਦੁਕਾਨ 'ਚ ਕਬਾਬ ਖਾ ਰਹੇ ਸਨ। ਜਦੋਂ ਉਹ ਚਲੇ ਗਏ ਉਹਨੇ ਘਬਰਾ ਕੇ ਮੈਨੂੰ ਪੁੱਛਿਆ, ਪੰਡਿਤ ਜੀ ਤੁਸੀਂ ਇੱਥੇ ਕਿੱਥੇ? ਖੁਦਾ ਦੇ ਲਈ ਇੱਥੋਂ ਨੱਸ ਜਾਓ। ਇੱਥੇ ਨੱਸ ਜਾਵਾਂ? ਮੈਂ ਬੜੀ ਨਿਰਾਸ਼ਾ ਨਾਲ ਕਿਹਾ। ਅਨਵਰ ਨੇ ਵੀ ਨਿਰਾਸ਼ਾ ਨਾਲ ਸਿਰ ਹਿਲਾਇਆ। ਫਿਰ ਯਕਦਮ ਉਹਦੀ ਸਮਝ ਕੁਛ ਆ ਗਿਆ। ਬੋਲਿਆ, ਉਹ ਜੀ ਤੁਹਾਡੇ ਦੋਸਤ ਮੀਆਂ ਹਾਜੀ ਤੇ ਬਰਕ ਤਾਜੀ ਦੇ ਘਰ ਗਾਣਾ ਸੁਣ ਰਹੇ ਨੇ, ਤੁਸੀਂ ਉੱਥੇ ਚਲੇ ਜਾਓ। ਮੀਏ ਦਾ ਨਾਂ ਸੁਣ ਕੇ ਮੈਂ ਅਨਵਰ ਨਾਲ ਘੁੱਟ ਕੇ ਹੱਥ ਮਿਲਾਇਆ। ਉਹ ਬਈ ਇਸ ਮੁਸ਼ਕਲ 'ਚ ਮੈਨੂੰ ਮੀਆਂ ਯਾਦ ਹੀ ਨਹੀਂ ਸੀ ਰਿਹਾ। ਮੀਏ ਨਾਲ ਮੇਰੀ ਚੰਗੀ ਸਥਰੀ ਸਾਂਝ ਸੀ। ਮੀਆਂ ਹਾਜੀ ਬਰਕ ਤੇ ਮੈਂ ਰੋਜ਼ ਰਾਤ ਨੂੰ ਚੌਂਕੜੀ ਜਚਾਉਂਦੇ ਸਾਂ। ਮੈਂ ਪਿਛਲੀਆਂ ਪੌੜੀਆਂ ਰਾਹੀਂ ਦੂਜੀ ਮੰਜ਼ਿਲ 'ਤੇ ਤਾਜੀ ਦੇ ਕਮਰੇ 'ਚ ਜਾ ਵੜਿਆ। ਅੰਦਰ ਹਾਜੀ ਬਰਕ ਤੇ ਮੀਆਂ ਬੈਠੇ ਪੀ ਰਹੇ ਸੀ ਅਤੇ ਤਾਜੀ 16 ਸ਼ਿੰਗਾਰ ਕਰਕੇ 14ਵੀਂ ਦਾ ਚੰਨ ਬਣੀ ਗਾ ਰਹੀ ਸੀ। ਮੈਨੂੰ ਦੇਖ ਕੇ ਉਹਦਾ ਰੰਗ ਉੱਡ ਗਿਆ। ਹਾਜੀ ਦਾ ਚਿਹਰਾ ਵੀ ਪੀਲਾ ਪੈ ਗਿਆ। ਪਰ ਕਮਾਲ ਹੈ, ਸ਼ਾਬਾਸ਼ ਮੀਏ ਦੇ ਕਿ ਉੱਠ ਕੇ ਮੇਰੇ ਗਲ ਨਾਲ ਲੱਗ ਗਿਆ। ਬਰਕ ਨੇ ਮੇਰੇ ਹੱਥ ਫੜ ਕੇ ਆਪਣੇ ਕੋਲ ਬਿਠਾ ਲਿਆ। ਮੀਏ ਨੇ ਪੁੱਛਿਆ, ਕਿੱਥੋਂ ਆ ਰਿਹਾ? ਮੈਂ ਉਹਨੂੰ ਆਪਣੀ ਬਿਪਤਾ ਸੁਣਾਈ। ਤਾਜੀ ਬੋਲੀ, ਤੁਸੀਂ ਪੰਡਿਤ ਜੀ ਨੂੰ ਇੱਥੋਂ ਲੈ ਜਾਓ, ਜੇ ਕੁਝ ਹੋ ਹਵਾ ਗਿਆ ਤਾਂ ਮੈਂ ਜ਼ਿੰਮੇਵਾਰ ਨਹੀਂ। ਮੀਏ ਨੇ ਤਾਜੀ ਦੇ ਭਰਾ ਤੋਂ ਤਹਿਮਤ ਮੰਗਿਆ ਅਤੇ ਮੈਨੂੰ ਬੰਨ੍ਹਣ ਲਈ ਦੇ ਦਿੱਤਾ ਅਤੇ ਫਿਰ ਅਸੀਂ ਸਾਰੇ ਜਣੇ ਉੱਥੋਂ ਵਿਦਾ ਹੋ ਕੇ ਪੌੜੀਆਂ ਤੋਂ ਹੇਠਾਂ ਉਤਰ ਆਏ। ਉਤਰਦੀ ਮੀਏ ਦੀ ਕਾਰ 'ਚ ਬੈਠ ਗਏ। ਮੀਏ ਨੇ ਕਾਹਲ ਨਾਲ ਆਪਣੀ ਗੱਡੀ ਚਲਾਈ ਅਤੇ ਭਾਰਤ ਨਗਰ 'ਚ ਮੈਨੂੰ ਆਪਣੇ ਘਰ ਲੈ ਆਇਆ। ਭਾਰਤ ਨਗਰ 'ਚ ਸਟੇਸ਼ਨ ਦੇ ਨੇੜੇ ਮੀਏ ਦੀ 2 ਮੰਜ਼ਿਲਾ ਕੋਠੀ ਸੀ। ਜਦੋਂ ਮੈਂ ਭਾਬੀ ਨੂੰ ਆਦਾਬ ਕੀਤਾ ਤਾਂ ਉਹ ਦੰਗ ਰਹਿ ਗਈ, ਕੁਝ ਬੋਲੀ ਨਹੀਂ। ਚੁੱਪਚਾਪ ਮੇਰੇ ਵੱਲ ਵੇਖਣ ਲੱਗੀ, ਜਿਵੇਂ ਕਿਸੇ ਇਨਸਾਨ ਨੂੰ ਨਹੀਂ
ਕਿਸੇ ਮੁਰਦੇ ਨੂੰ ਵੇਖ ਰਹੀ ਹੋਵੇ। ਮੈਨੂੰ ਕੁਝ ਅਜੀਬ ਜਿਹਾ ਲੱਗਿਆ ਕਿਉਂਕਿ 10 ਵਰ੍ਹਿਆਂ ਤੱਕ ਮੇਰੀ ਤੇ ਮੀਏ ਦੀ ਮੈਟਲ ਪੇਂਟ ਦੀ ਕੰਪਨੀ 'ਚ ਸਾਂਝ ਰਹੀ ਸੀ। ਭਾਵੇਂ ਹੁਣ ਮੈਂ ਅੱਡ ਹੋ ਕੇ ਆਪਣੀ ਪਬਲਿਸ਼ਿੰਗ ਕੰਪਨੀ ਖੋਲ੍ਹ ਲਈ ਸੀ, ਪਰ ਸਾਡੇ ਦੋਵਾਂ ਦੇ ਦਿਲ ਕਦੇ ਅਲੱਗ ਨਹੀਂ ਸੀ ਹੋਏ ਤੇ ਦੋਵਾਂ ਘਰਾਂ 'ਚ ਸਕੇ ਰਿਸ਼ਤੇਦਾਰਾਂ ਵਾਂਗ ਵਿਹਾਰ ਹੁੰਦਾ ਸੀ। ਸ਼ਾਦੀ ਵਿਆਹ 'ਚ ਸਕਿਆਂ ਵਾਂਗ ਭਾਜੀ ਭੇਜੀ ਜਾਂਦੀ ਸੀ। ਇਸ ਲਈ ਇਸ ਵੇਲੇ ਭਾਬੀ ਦਾ ਲੱਥਾ ਹੋਇਆ ਚਿਹਰਾ ਤੇ ਫਿੱਕਾ ਵਰਤਾਰਾ ਦੇਖ ਕੇ ਮੇਰਾ ਦਿਲ ਬੈਠ ਗਿਆ। ਪਰ ਮੈਂ ਆਪਣੀ ਨਿਰਾਸ਼ਾ ਨੂੰ ਆਪਣੀ ਮੁਸਕਾਨ ਹੇਠ ਲੁਕਾ ਲਿਆ। ਫਿਰ ਮੀਆਂ ਕਾਹਲ ਨਾਲ ਮੈਨੂੰ ਉੱਥੋਂ ਉੱਪਰਲੀ ਮੰਜ਼ਿਲ ਦੇ ਡਰਾਇੰਗ ਰੂਮ 'ਚ ਲੈ ਗਿਆ। ਉੱਤੇ ਪਹੁੰਚ ਕੇ ਮੀਏ ਨੇ ਸੁੱਖ ਦਾ ਸਾਹ ਲਿਆ ਤੇ ਸਿਰ ਹਿਲਾ ਕੇ ਕਿਹਾ, ਗਜ਼ਬ ਕਰ ਦਿੱਤਾ ਈ ਤੂੰ ਤੇ ਬੈਜ। ਇਹੋ ਜਿਹੇ ਮੌਕੇ ਲਾਹੌਰ ਆਇਆ ਹੈ ਜਦੋਂ ਮੁਹੱਲੇ 'ਚ ਅੱਗ ਤੇ ਫਸਾਦ ਨਾਲ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ। ਹਿੰਦੂ ਮੁਸਲਮਾਨ ਤੇ ਮੁਸਲਮਾਨ ਹਿੰਦੂ ਦੀ ਜਾਨ ਦਾ ਵੈਰੀ ਹੋਇਆ। ਮੈਂ ਮੀਏ ਨੂੰ ਕਿਹਾ, ਉਹ ਛੱਡ ਯਾਰ, ਅਸੀਂ ਹਿੰਦੂ ਮੁਸਲਮਾਨ ਤੋਂ ਕੀ ਲੈਣਾ, ਸ਼ਰਾਬ ਮੰਗਵਾ। ਮੀਏ ਨੇ ਵਿਸਕੀ ਦੀ ਬੋਤਲ ਖੋਲ੍ਹੀ। ਅਸੀਂ ਚਾਰੇ ਬੈਠ ਕੇ ਪੀਣ ਲੱਗੇ। ਅਸੀਂ ਚਾਰੇ ਕਈ ਸਾਲਾਂ ਦੇ ਪੀ ਰਹੇ ਸੀ, ਇਕੱਠੇ ਬੈਠ ਕੇ ਪੀਣ ਵਾਲੇ, ਇਕੱਠੇ ਗਾਣਾ ਸੁਣਨ ਵਾਲੇ ਤੇ ਇਕੱਠੇ ਐਸ਼ ਕਰਨ ਵਾਲੇ। ਪਰ ਅੱਜ ਰੰਗ ਹੀ ਨਹੀਂ ਸੀ ਬੱਝ ਰਿਹਾ। ਕਿਸੇ ਦੇ ਹਾਸੇ 'ਚ ਉਹ ਗੱਲ ਨਹੀਂ ਸੀ। ਵਿੱਚ ਚੁੱਪ ਦੇ ਅਜਿਹੇ ਟੋਟੇ ਆਉਂਦੇ ਕਿ ਦਮ ਘੁੱਟਣ ਲੱਗ ਪੈਂਦਾ। ਮੈਨੂੰ ਹਜ਼ਾਰਾਂ ਸ਼ੇਅਰ ਯਾਦ ਸਨ ਤੇ ਮੇਰਾ ਗਲਾ ਵੀ ਚੰਗਾ ਸੀ, ਪਰ ਅੱਜ ਕਿਸੇ ਨੂੰ ਕੁਝ ਚੰਗਾ ਹੀ ਨਹੀਂ ਸੀ ਲੱਗ ਰਿਹਾ। ਮਹਿਫਿਲ ਉਖੜੀ ਜਿਹੀ ਸੀ। ਕਦੀ ਹਾਜੀ ਮੈਨੂੰ ਅਜਿਹੀਆਂ ਨਿਗਾਹਾਂ ਨਾਲ ਘੂਰਦਾ ਕਿ ਮੈਨੂੰ ਆਪਣੇ ਗਲੇ 'ਤੇ ਛੁਰੀ ਚੱਲਦੀ ਮਹਿਸੂਸ ਹੁੰਦੀ। ਹਾਜੀ ਮੇਰਾ ਵੀ ਚੰਗਾ ਸੀ, ਪਰ ਕਦੀ ਖੁੱਲ੍ਹ ਕੇ ਤਬੀਅਤ ਨਹੀਂ ਮਿਲੀ ਉਸ ਨਾਲ। ਵਿਚਕਾਰ ਸਦਾ ਇੱਕ ਕੰਧ ਜਿਹੀ ਰਹੀ। ਮੀਏ ਤੇ ਬਰਕ ਨਾਲ ਮੈਂ ਕਦੀ ਇੰਜ ਨਹੀਂ ਮਹਿਸੂਸ ਕੀਤਾ। ਸ਼ਰਾਬ ਦੇ ਦੌਰ ਜਦੋਂ ਚੱਲਦੇ ਸਨ ਤਾਂ ਵਿੱਚ ਮੈਨੂੰ ਹਾਜੀ ਦੀ ਵਿਅੰਗ ਭਰੀ ਮੁਸਕਾਨ ਅਜੀਬ ਤਰੀਕੇ ਨਾਲ ਪਰੇਸ਼ਾਨ ਕਰ ਦਿੰਦੀ ਸੀ। ਹੋ ਸਕਦਾ ਮੇਰਾ ਵਹਿਮ ਹੋਏ। ਹਾਜੀ ਮੇਰਾ ਵਰ੍ਹਿਆਂ ਦਾ ਦੋਸਤ ਏ। ਅੱਜ ਤੱਕ ਕੋਈ ਗਲਤ ਗੱਲ ਉਹਨੇ ਮੈਨੂੰ ਨਹੀਂ ਕਹੀ। ਮੈਨੂੰ ਪਤਾ ਹੈ ਕਿ ਉਹ ਅੰਦਰੋਂ ਮੇਰੀ ਤੇ ਮੀਏ ਦੀ ਦੋਸਤੀ ਤੋਂ ਸੜਦਾ ਹੈ, ਕਿਉਂਕਿ ਹਾਜੀ ਵੀ ਮੀਏ ਨੂੰ ਬੜਾ ਚਾਹੁੰਦਾ ਹੈ ਤੇ ਬਰਕ ਵੀ। ਪਰ ਮੀਏ ਨੂੰ ਤਾਂ ਸਾਰੀ ਦੁਨੀਆ ਚਾਹੁੰਦੀ ਏ। ਉਹਦਾ ਬੇਫਿਕਰਾਪਨ, ਮਨਮੌਜੀਪਣ, ਉਹਦਾ ਪੈਸਾ, ਉਹਦਾ ਖੁੱਲ੍ਹਾ ਦਿਲ, ਉਹਦੀ ਪਾਕ ਮੁਹੱਬਤ, ਇਹ ਗੁਣ ਹਰੇਕ ਨੂੰ ਮੀਏ ਨਾਲ ਮੁਹੱਬਤ ਕਰਨ 'ਤੇ ਮਜਬੂਰ ਕਰ ਦਿੰਦੇ ਨੇ। ਮੀਏ ਦੇ ਦੋਸਤ ਨੇ ਮੀਏ ਤੇ ਮੇਰੀ ਮੁਹੱਬਤ ਨੂੰ ਕਬੂਲ ਕਰ ਲਿਆ ਸੀ, ਪਰ ਹਾਜੀ ਬਾਰੇ ਮੇਰਾ ਸਦਾ ਇਹੋ ਖਿਆਲ ਰਿਹਾ ਕਿ ਉਹਨੇ ਦਿਲੋਂ ਕਦੀ ਇਸ ਗੱਲ ਨੂੰ ਕਬੂਲ ਨਹੀਂ ਕੀਤਾ। ਕੋਈ 10 ਵਜੇ ਦੇ ਕਰੀਬ ਹਾਜੀ ਨੇ ਵਿਦਾ ਚਾਹੀ। ਮੀਏ ਨੇ ਉਹਨੂੰ ਰੁਕਣ ਲਈ ਕਿਹਾ, ਪਰ ਜ਼ੋਰ ਦੇ ਕੇ ਉੱਠਿਆ ਤੇ ਚਲਾ ਗਿਆ। ਬਰਕ ਬੈਠਾ ਰਿਹਾ, ਪਰ ਹਾਜੀ ਦੇ ਜਾਣ ਤੋਂ ਅੱਧਾ ਘੰਟਾ ਬਾਅਦ ਉਹ ਵੀ ਮਾਫੀ ਮੰਗ ਕੇ ਚਲਾ ਗਿਆ। ਹਾਜੀ ਤੇ ਬਰਕ ਦੇ ਚਲੇ ਜਾਣ ਪਿੱਛੋਂ ਮੈਂ, ਮੀਏ ਨੇ, ਭਾਬੀ ਤੇ ਉਹਨਾਂ ਦੇ ਬੱਚਿਆਂ ਆਰਿਫ ਤੇ ਤਸਨੀਮ ਨੇ ਖਾਣਾ ਖਾਧਾ। ਆਰਿਫ ਦੀ ਉਮਰ 8 ਸਾਲ ਸੀ ਤੇ ਤਸਨੀਮ ਦੀ 6 ਸਾਲ। ਦੋਵੇਂ ਮੈਨੂੰ ਚਾਚਾ ਕਹਿੰਦੇ ਸੀ। ਖਾਣਾ ਖਾਣ ਪਿੱਛੋਂ ਮੈਂ ਦੇਰ ਤੱਕ ਆਰਿਫ ਤੇ ਤਸਨੀਮ ਨੂੰ ਕਹਾਣੀਆਂ ਸੁਣਾਉਂਦਾ ਰਿਹਾ। ਕੋਈ 11 ਵਜੇ ਦੇ ਲਗਭਗ ਕਹਾਣੀਆਂ ਸੁਣਦੇ ਬੱਚੇ ਉੱਥੇ ਸੋਫੇ 'ਤੇ ਹੀ ਸੌਂ ਗਏ ਤੇ ਅਸੀਂ ਲੋਕ ਉਹਨਾਂ ਨੂੰ ਜਗਾ ਕੇ ਕਮਰੇ 'ਚ ਲੈ ਗਏ ਤੇ ਉਹਨਾਂ ਨੂੰ ਸਵਾ ਦਿੱਤਾ। ਉਸ ਪਿੱਛੋਂ ਮੀਏ ਨੇ ਆਪਣੀ ਪਤਨੀ ਨੂੰ ਕਿਹਾ, ਅੱਜ ਮੈਂ ਬੈਜ ਨਾਲ ਉੱਪਰਲੀ ਮੰਜ਼ਿਲ 'ਤੇ ਸੌਵਾਂਗਾ। ਬੀਬੀ ਨੇ ਕੋਈ ਵਿਰੋਧ ਨਾ ਕੀਤਾ ਤੇ ਅਸੀਂ ਉੱਠ ਕੇ ਉੱਪਰਲੀ ਮੰਜ਼ਿਲ ਦੇ ਬੈੱਡਰੂਮ 'ਚ ਆ ਗਏ। ਮੈਂ ਪਤਾ ਨਹੀਂ ਕਿੰਨੀਆਂ ਰਾਤਾਂ ਦਾ ਜਾਗਿਆ ਸੀ, ਬਿਸਤਰੇ 'ਤੇ ਪੈਂਦਾ ਹੀ ਸੌਂ ਗਿਆ। ਫਿਰ ਮੈਨੂੰ ਯਾਦ ਨਹੀਂ ਕੀ ਹੋਇਆ। ਹਾਂ, ਕਦੀ ਸੁਪਨੇ 'ਚ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਲੋਕ ਮੀਏ ਦਾ ਦਰਵਾਜ਼ਾ ਖੜਕਾ ਰਹੇ ਨੇ, ਜਿਵੇਂ ਲੋਕਾਂ ਦੀ ਭੀੜ ਮੀਏ ਦੇ ਦਰਵਾਜ਼ੇ ਸਾਹਮਣੇ ਰੌਲਾ ਪਾ ਰਹੀ ਹੈ, ਜਿਵੇਂ ਕੋਈ ਖੁਸਰ-ਫੁਸਰ ਕਰ ਰਿਹਾ ਹੈ, ਫਿਰ ਜਿਵੇਂ ਕੋਈ ਉੱਚੀ ਰੋ ਰਿਹਾ। ਫਿਰ ਯਕਦਮ ਮੇਰੀ ਅੱਖ ਖੁੱਲ੍ਹ ਗਈ। ਮੈਂ ਦੇਖਿਆ ਮੀਆਂ ਆਪਣੇ ਬਿਸਤਰੇ 'ਤੇ ਨਹੀਂ ਸੀ। ਕਮਰੇ 'ਚ ਚਾਰੇ ਪਾਸੇ ਚੁੱਪ ਵਾਪਰੀ ਹੋਈ ਸੀ। ਕਿਤੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਮੈਂ ਗੁਸਲਖਾਨਾ ਖੋਲ੍ਹ ਕੇ ਦੇਖਿਆ, ਮੀਆਂ ਉਸ 'ਚ ਨਹੀਂ ਸੀ। ਮੈਂ ਹੌਲੀ ਦੇਣੇ ਦਰਵਾਜ਼ਾ ਖੋਲ੍ਹਿਆ ਤਾਂ ਕਿ ਖੜਾਕ ਨਾ ਹੋਏ ਤੇ ਨੰਗੇ ਪੈਰੀਂ ਤੁਰਦਾ ਕਮਰੇ ਦੇ ਬਾਹਰਲੀ ਖਿੜਕੀ ਕੋਲ ਪਹੁੰਚਿਆ। ਉਂਝ ਤਾਂ ਚਾਰੇ ਪਾਸੇ ਖਾਮੋਸ਼ੀ ਸੀ, ਪਰ ਰਾਤ ਦੇ ਇਸ ਸਨਾਟੇ 'ਚ ਹੇਠਲੀ ਮੰਜ਼ਿਲ 'ਚੋਂ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਮੈਂ ਦੱਬਵੇਂ ਪੈਰੀਂ ਹੇਠਾਂ ਉਤਰ ਗਿਆ। ਮੀਆਂ ਆਪਣੀ ਬੀਵੀ ਦੇ ਕਮਰੇ 'ਚ ਸੀ। ਕਮਰੇ ਦਾ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਸੀ। ਮੈਂ ਕੰਧ ਨਾਲ ਲੱਗ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ। ਤੁਹਾਨੂੰ ਕੋਈ ਹੱਕ ਨਹੀਂ ਉਹਨੂੰ ਇੱਥੇ ਰੱਖਣ ਦਾ। ਮੈਂ ਕੋਈ ਉਹਨੂੰ ਬੁਲਾਉਣ ਗਿਆ ਸੀ? ਮੈਂ ਕੁਝ ਨਹੀਂ ਜਾਣਦੀ। ਤੁਸੀਂ ਉਹਨੂੰ ਗੁੰਡਿਆਂ ਦੇ ਹਵਾਲੇ ਕਰ ਦਿਓ। ਜ਼ਿੰਦਗੀ ਭਰ ਦੀ ਦੋਸਤੀ ਦੇ ਸਿਰ 'ਚ ਸੁਆਹ ਪਵਾ ਦਿਆਂ, ਇਹ ਕੋਈ ਇਨਸਾਨੀਅਤ ਹੈ? ਹੋਰ ਕੋਈ ਰਸਤਾ ਵੀ ਤਾਂ ਨਹੀਂ ਹੈ। ਮੀਆਂ ਦੀ ਬੀਵੀ ਨੇ ਚੀਕ ਕੇ ਕਿਹਾ, ਤੁਸੀਂ ਜੇ ਉਹਨੂੰ ਗੁੰਡਿਆਂ ਦੇ ਹਵਾਲੇ ਨਾ ਕੀਤਾ ਤਾਂ ਮੈਂ ਤੁਹਾਡਾ ਤੇ ਉਹਦਾ ਖੂਨ ਪੀ ਜਾਵਾਂਗੀ। ਮੀਆਂ ਦੀ ਬੀਵੀ ਨੇ ਆਪਣੇ ਲੰਮੇ ਨਹੁੰ ਹਵਾ 'ਚ ਨਚਾਏ। ਉਸ ਵੇਲੇ ਮੈਨੂੰ ਕਿਸੇ ਚੁੜੇਲ ਜਾਂ ਡਾਇਨ ਵਰਗੀ ਲੱਗੀ ਸੀ। ਉਹਨੇ ਮੀਆਂ ਨੂੰ ਗਲੋਂ ਫੜ ਲਿਆ, ਜਾਓ ਉਹਨੂੰ ਗੁੰਡਿਆਂ ਦੇ ਹਵਾਲੇ ਕਰ ਦਿਓ।
ਮੀਆਂ ਉਹਦੇ ਬਿਸਤਰੇ ਤੋਂ ਉੱਠਿਆ, ਉਹਦੇ ਨਾਲ ਪਈ ਮੇਜ਼ ਦੀ ਦਰਾਜ਼ ਖੋਲ੍ਹ ਕੇ ਇੱਕ ਪਿਸਤੌਲ ਕੱਢੀ ਤੇ ਕਮਰੇ ਦੇ ਦਰਵਾਜ਼ੇ ਵੱਲ ਵਧਣ ਲੱਗਾ। ਮੈਂ ਕਾਹਲ ਨਾਲ ਪਰਤ ਕੇ ਪੌੜੀਆਂ ਚੜ੍ਹ ਕੇ ਉੱਪਰਲੀ ਮੰਜ਼ਿਲ 'ਤੇ ਆਪਣੇ ਕਮਰੇ 'ਚ ਆ ਕੇ ਬਿਸਤਰੇ 'ਤੇ ਪੈ ਗਿਆ। ਦਿਲ ਧੱਕ-ਧੱਕ ਕਰ ਰਿਹਾ ਸੀ। ਮੈਨੂੰ ਇੰਝ ਲੱਗ ਰਿਹਾ ਸੀ ਕਿ ਮੀਆਂ ਪਿਸਤੌਲ ਚੁੱਕੀ ਮੈਨੂੰ ਮਾਰਨ ਲਈ ਮੇਰੇ ਸਿਰਹਾਣੇ ਆ ਖੜ੍ਹਾ ਹੈ। ਯਕਦਮ ਪੌੜੀਆਂ 'ਚ ਮੈਨੂੰ ਮੀਆਂ ਦੇ ਪੈਰਾਂ ਦਾ ਖੜਾਕ ਸੁਣਾਈ ਦਿੱਤਾ। ਪੈਰ ਮੇਰੇ ਦਰਵਾਜ਼ੇ ਸਾਹਮਣੇ ਆ ਕੇ ਰੁਕ ਗਏ। ਮੇਰੇ ਸਾਹ ਗਲੇ 'ਚ ਅਟਕਣ ਲੱਗੇ। ਮੀਆਂ ਨੇ ਹੈਂਡਲ ਘੁਮਾਇਆ ਤੇ ਦਰਵਾਜ਼ਾ ਖੋਲ੍ਹਣ ਦੀ ਬਜਾਏ ਕੁੰਡੀ ਘੁਮਾ ਕੇ ਬੰਦ ਕਰ ਦਿੱਤਾ। ਕਮਰੇ 'ਚ ਹਨੇਰਾ ਸੀ ਤੇ ਮੈਂ ਬਿਜਲੀ ਜਗਾਉਣਾ ਵੀ ਨਹੀਂ ਸੀ ਚਾਹੁੰਦਾ। ਮੈਂ ਆਪਣੇ ਬਿਸਤਰੇ 'ਚ ਉੱਠ ਕੇ ਛੁਪ ਲਈ ਦਰਵਾਜ਼ੇ ਕੋਲ ਗਿਆ ਤੇ ਪਰਦੇ ਦੇ ਪਿੱਛੋਂ ਹੈਂਡਲ ਘੁਮਾ ਕੇ ਹੌਲੀ ਜਿਹੀ ਦੇਖਿਆ। ਹੈਂਡਲ ਚੱਲ ਨਹੀਂ ਸੀ ਰਿਹਾ। ਮੀਆਂ ਨੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਸੀ। ਇੰਨੇ 'ਚ ਮੀਆਂ ਨੇ ਬਾਹਰ ਇੱਕ ਸਿਗਰਟ ਸੁਲਗਾਈ ਤੇ ਮੈਂ ਉਹਦੇ ਚਾਨਣ 'ਚ ਦੇਖਿਆ ਮੀਆਂ ਦਾ ਚਿਹਰਾ ਲੱਥਾ ਹੋਇਆ ਤੇ ਉਹਦੀ ਹਥਲੀ ਪਿਸਤੌਲ ਕੰਬ ਰਹੀ ਹੈ। ਮੈਂ ਆਪਣੇ ਦਿਲ 'ਚ ਸੋਚਿਆ, ਕੰਬਖਤ ਮੈਨੂੰ ਅੰਦਰ ਬੰਦ ਕਰਕੇ ਆਪ ਬਾਹਰ ਗੁੰਡਿਆਂ ਨੂੰ ਉਡੀਕ ਰਿਹਾ। ਸਾਰੀ ਰਾਤ ਮੀਆਂ ਕਮਰੇ ਦੇ ਬਾਹਰ ਪਿਸਤੌਲ ਲੈ ਕੇ ਖੜ੍ਹਾ ਰਿਹਾ, ਪਲ ਨਹੀਂ ਸੁੱਤਾ। ਸਾਰੀ ਰਾਤ ਮੈਂ ਵੀ ਜਾਗਦਾ ਰਿਹਾ। ਹੁਣ ਅੱਖਾਂ 'ਚ ਨੀਂਦ ਕਿਵੇਂ ਆਉਂਦੀ। ਜਦੋਂ ਸਵੇਰ ਹੋਈ ਤਾਂ ਮੀਆਂ ਨੇ ਕੁੰਡੀ ਘੁਮਾ ਕੇ ਮੇਰਾ ਕਮਰਾ ਖੋਲ੍ਹਿਆ। ਮੈਂ ਔਲ ਕੇ ਆਪਣੇ ਬਿਸਤਰੇ 'ਤੇ ਜਾ ਪਿਆ। ਮੀਆਂ ਨੇ ਮੈਨੂੰ ਝੰਜੋੜ ਕੇ ਜਗਾਇਆ। ਮੈਂ ਕਿਹਾ, ਕੀ ਹੈ ਮੀਆਂ? ਉੱਠ ਚੱਲ। ਕਿੱਥੇ? ਤੂੰ ਚੱਲ, ਮੈਂ ਦੱਸਦਾ। ਠਹਿਰ, ਮੂੰਹ ਹੱਥ ਤਾਂ ਧੋ ਲਵਾਂ। ਇਹਦੀ ਲੋੜ ਨਹੀਂ, ਮੀਆਂ ਬੋਲਿਆ। ਦੇਰ ਹੋ ਜਾਏਗੀ, ਫੌਰਨ ਚੱਲ। ਮੈਂ ਰਾਤ ਵਾਲੇ ਕੱਪੜੇ ਲਾ ਕੇ ਦੂਜੇ ਕੱਪੜੇ ਪਾ ਲਏ ਤੇ ਮੀਆਂ ਨਾਲ ਤੁਰ ਪਿਆ। ਮੀਆਂ ਦੇ ਹੱਥ 'ਚ ਅਜੇ ਤੱਕ ਪਿਸਤੌਲ ਸੀ। ਅਸੀਂ ਦੋਵੇਂ ਹੇਠਾਂ ਉਤਰੇ ਤੇ ਮੈਂ ਭਾਬੀ ਨੂੰ ਆਦਾਬ ਕੀਤਾ, ਪਰ ਉਹਨੇ ਮੇਰੇ ਆਦਾਬ ਦਾ ਜਵਾਬ ਨਹੀਂ ਦਿੱਤਾ। ਮੈਂ ਦੇਖਿਆ ਭਾਬੀ ਦੀਆਂ ਦੋਵੇਂ ਅੱਖਾਂ ਸੁੱਜੀਆਂ ਹੋਈਆਂ ਨੇ। ਘਰ ਦੇ ਦਰਵਾਜ਼ੇ 'ਤੇ ਮੀਆਂ ਦੀ ਹਡਸਨ ਖੜ੍ਹੀ ਸੀ। ਸ਼ੀਸ਼ੇ ਦੋਵੇਂ ਪਾਸਿਓਂ ਚੜ੍ਹੇ ਹੋਏ ਸਨ। ਮੈਂ ਤੇ ਮੀਆਂ ਦੋਵੇਂ ਗੱਡੀ 'ਚ ਸੀ। ਰਸਤੇ 'ਚ ਕੋਈ ਗੱਲ ਨਹੀਂ ਹੋਈ। ਮੀਆਂ ਦਾ ਚਿਹਰਾ ਸਖਤ ਤੇ ਤਣਿਆ ਹੋਇਆ ਸੀ। ਉਹਦੇ ਚਿਹਰੇ ਨੂੰ ਦੇਖ ਕੇ ਮੇਰੀ ਕਿਸੇ ਤਰ੍ਹਾਂ ਦੀ ਗੱਲ ਕਰਨ ਦੀ ਹਿੰਮਤ ਨਾ ਪਈ। ਮੀਆਂ ਦੀ ਹਡਸਨ ਸਿੱਧੀ ਰੇਲਵੇ ਸਟੇਸ਼ਨ ਨੂੰ ਹੋ ਲਈ। ਅਸੀਂ ਕਿੱਥੇ ਜਾ ਰਹੇ ਹਾਂ? ਲਾਹੌਰ ਰੇਲਵੇ ਸਟੇਸ਼ਨ। ਪਰ ਲਾਹੌਰ ਰੇਲਵੇ ਸਟੇਸ਼ਨ ਜਾ ਕੇ ਕੀ ਕਰਾਂਗਾ? ਮੈਂ ਤਾਂ ਇਸ ਮੁਸੀਬਤ 'ਚ ਤੇਰੇ ਕੋਲ ਰਹਿਣ ਲਈ ਆਇਆ ਸਾਂ। ਮੁਸੀਬਤ ਇਹ ਹੈ ਕਿ ਮੈਂ ਤੈਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਗੱਡੀ ਸਟੇਸ਼ਨ ਦੇ ਪੋਰਚ 'ਚ ਜਾ ਕੇ ਰੁਕ ਗਈ। ਮੀਆਂ ਮੈਨੂੰ ਕਾਹਲ ਨਾਲ ਅੰਦਰ ਲੈ ਗਿਆ ਤੇ ਮੈਨੂੰ 300 ਰੁਪਏ ਦੇ ਕੇ ਕਹਿਣ ਲੱਗਾ, ਹੁਣ ਤੂੰ ਫਸਟ ਕਲਾਸ ਦੇ ਮੁਸਾਫਰਖਾਨੇ 'ਚ ਬੈਠ ਤੇ ਮੈਨੂੰ ਦੱਸ ਦੇ ਤੂੰ ਕਿੱਥੇ ਜਾਣਾ ਚਾਹੁੰਦਾ, ਮੈਂ ਤੈਨੂੰ ਟਿਕਟ ਲਿਆ ਦੇਣਾ। ਮੈਂ ਕਿਤੇ ਨਹੀਂ ਜਾਵਾਂਗਾ, ਮੈਂ ਚੀਕ ਕੇ ਕਿਹਾ। ਮੈਂ ਲਾਹੌਰ 'ਚ ਰਹਾਂਗਾ, ਲਾਹੌਰ ਜਿਹੜਾ ਮੇਰਾ ਵਤਨ ਹੈ। ਤੂੰ ਇੱਥੇ ਨਹੀਂ ਰਹਿ ਸਕਦਾ। ਉੱਥੇ ਜਾ ਜਿੱਥੇ ਤੇਰੇ ਮਾਂ ਪਿਓ, ਭੈਣ ਭਰਾ, ਬੀਵੀ, ਬੱਚੇ ਗਏ ਨੇ। ਮੇਰਾ ਸਭ ਕੁਝ ਲਾਹੌਰ ਹੀ। ਮੇਰਾ ਗੱਚ ਭਰ ਆਇਆ। ਮੈਂ ਕਿਹਾ, ਮੀਆਂ ਤੈਨੂੰ ਪਤਾ ਹੈ ਮੈਂ ਲਾਹੌਰ ਦੇ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਮੈਨੂੰ ਲਾਹੌਰ ਨਾਲ ਇਸ਼ਕ ਏ। ਇਸ਼ਕ 'ਚ ਜੁਦਾਈ ਵੀ ਤਾਂ ਹੁੰਦੀ ਏ। ਮੀਆਂ ਦੇ ਚਿਹਰੇ 'ਤੇ ਰੁੱਖੜ ਜਿਹੀ ਮੁਸਕਾਨ ਆਈ, ਜਿਹਨੂੰ ਵੇਖ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਗਈ। ਮੈਨੂੰ ਨਹੀਂ ਸੀ ਪਤਾ ਤੂੰ ਇੰਨਾ ਕਮੀਨਾ ਤੇ ਜ਼ਲੀਲ ਨਿਕਲੇਂਗਾ। ਮੈਂ ਹਿਰਖ ਕੇ ਮੀਆਂ ਨੂੰ ਕਿਹਾ। ਰਾਤ ਨੂੰ ਮੈਂ ਭਾਬੀ ਨੂੰ ਕਹਿੰਦਿਆਂ ਸੁਣਿਆ ਸੀ ਕਿ ਬੈਜ ਨੂੰ ਗੁੰਡਿਆਂ ਦੇ ਹਵਾਲੇ ਕਰ ਦੇ। ਮੈਨੂੰ ਨਹੀਂ ਸੀ ਪਤਾ ਤੁਸੀਂ ਲੋਕ ਇੰਨੇ ਕੱਟੜ ਹੋ। ਮੀਆਂ ਨੇ ਨਿਰਾਸ਼ਾ ਨਾਲ ਸਿਰ ਹਿਲਾਇਆ ਤੇ ਕਿਹਾ, ਰਾਤ ਜੇ ਮੈਂ ਤੈਨੂੰ ਗੁੰਡਿਆਂ ਦੇ ਹਵਾਲੇ ਕਰ ਦਿੰਦਾ ਤਾਂ ਇੱਕ ਮੂਰਖ ਤੋਂ ਪਿੱਛਾ ਤਾਂ ਹਟ ਜਾਂਦਾ। ਕੀ ਕਹਿ ਰਿਹਾ ਤੂੰ? ਤੈਨੂੰ ਪਤਾ ਨਹੀਂ ਹੈ? ਰਾਤ ਨੂੰ ਹਾਜੀ ਨੇ ਇੱਥੋਂ ਜਾਣ ਤੋਂ ਬਾਅਦ ਮੇਰੇ ਘਰ ਗੁੰਡੇ ਭੇਜ ਦਿੱਤੇ ਸੀ ਤੇ ਉਹਨਾਂ ਨੇ ਆ ਕੇ ਬਾਰ-ਬਾਰ ਸਾਡਾ ਦਰਵਾਜ਼ਾ ਖੜਕਾਇਆ ਸੀ। ਉਹ ਲੋਕ ਜ਼ਿੱਦ ਕਰ ਰਹੇ ਸੀ ਕਿ ਮੈਂ ਤੈਨੂੰ ਉਹਨਾਂ ਦੇ ਹਵਾਲੇ ਕਰ ਦਿਆਂ ਤੇ ਤੂੰ ਪਿਸਤੌਲ ਚਲਾ ਦੇਣੀ ਸੀ। ਉਹਨਾਂ ਕੋਲ ਵੀ ਪਿਸਤੌਲਾਂ ਸੀ ਤੇ ਉਹ ਕਈ ਸਨ। ਇਸ ਲਈ ਮੈਂ ਇੱਕ ਚਾਲ ਚੱਲੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਵੇਰੇ ਪੰਡਤ ਨੂੰ ਤੁਹਾਡੇ ਹਵਾਲੇ ਕਰ ਦਿਆਂਗਾ, ਜਿਉਂਦਾ ਜਾਂ ਮੁਰਦਾ। ਉਹ ਮੰਨ ਗਏ। ਹਾਂ, ਪਰ ਜਾਂਦੇ ਹੋਏ ਮੇਰੇ ਦੋਵੇਂ ਬੱਚੇ ਆਪਣੇ ਨਾਲ ਲੈ ਗਏ। ਆਰਿਫ ਤੇ ਤਸਨੀਮ ਨੂੰ। ਮੈਂ ਕੂਕਿਆ। ਤੇਰੇ ਬਦਲੇ 'ਚ ਉਹਨਾਂ ਨੂੰ ਨਾਲ ਲੈ ਗਏ, ਸ਼ਾਇਦ ਇਹ ਸੋਚ ਕੇ ਕਿ ਜੇ ਸਵੇਰੇ ਤੈਨੂੰ ਉਹਨਾਂ ਦੇ ਹਵਾਲੇ ਨਾ ਕਰਾਂ ਤਾਂ ਉਹਨਾਂ ਨੂੰ ਵੀ। ਨਹੀਂ, ਮੈਂ ਕੂਕਿਆ ਤੇ ਮੈਂ ਮੀਆਂ ਦੇ ਪੈਰ ਫੜ ਲਏ। ਮੈਨੂੰ ਲੈ ਚੱਲ, ਚੀਕ ਕੇ ਕਿਹਾ। ਮੈਨੂੰ ਉਹਨਾਂ ਗੁੰਡਿਆਂ ਦੇ ਹਵਾਲੇ ਕਰ ਦੇ। ਮੀਆਂ ਦੇ ਬੁੱਲ੍ਹ ਕੰਬ ਰਹੇ ਸੀ। ਲੱਗਦਾ ਸੀ ਹੁਣੇ ਰੋ ਪਏਗਾ। ਥੋੜ੍ਹੀ ਦੇਰ ਚੁੱਪ ਰਿਹਾ, ਫਿਰ ਯਕਦਮ ਆਪਣੇ ਪੈਰ ਛੁਡਾ ਕੇ ਪਲਟਿਆ ਤੇ ਦੌੜਦਾ ਹੋਇਆ ਸਟੇਸ਼ਨ ਤੋਂ ਬਾਹਰ ਜਾ ਕੇ ਹਡਸਨ ਨੂੰ ਕਾਹਲ ਨਾਲ ਭਜਾਉਂਦਾ ਹੋਇਆ ਨਜ਼ਰਾਂ ਤੋਂ ਓਹਲੇ ਹੋ ਗਿਆ। ਮੈਂ ਥੋੜ੍ਹੀ ਦੂਰ ਤੱਕ ਉਹਦੇ ਪਿੱਛੇ ਭੱਜਿਆ, ਪਰ ਜਦੋਂ ਗੱਡੀ ਨਜ਼ਰਾਂ ਤੋਂ ਓਹਲੇ ਹੋ ਗਈ ਤਾਂ ਪਲਟ ਕੇ ਸਟੇਸ਼ਨ 'ਤੇ ਅੰਦਰ ਆ ਗਿਆ। ਕੁਝ ਚਿਰ ਤੱਕ ਪੱਥਰ ਦਾ ਬੁੱਤ ਬਣਿਆ ਇੱਕ ਜਗ੍ਹਾ ਖੜ੍ਹਾ ਰਿਹਾ। ਹੁਣ ਜਾਵਾਂ ਤਾਂ ਕਿੱਥੇ ਜਾਵਾਂ ਤੇ ਆਪਣੇ ਆਪ ਨੂੰ ਕਰਾਂ ਤਾਂ ਕਿਹਦੇ ਹਵਾਲੇ ਕਰਾਂ? ਆਖਰ ਇਹ ਸੋਚ ਕੇ ਇੱਕ ਕਾਇਰ ਵਾਂਗ ਆਪਣੇ ਮਨ ਨੂੰ ਤਸੱਲੀ ਦਿੱਤੀ ਕਿ ਉਹ ਗੁੰਡੇ ਮੀਆਂ ਦੇ ਬੱਚਿਆਂ ਨਾਲ ਅਜਿਹਾ ਸਲੂਕ ਨਹੀਂ ਕਰਨਗੇ, ਅਜਿਹਾ ਵਿਹਾਰ ਨਹੀਂ ਕਰਨਗੇ ਕਿ ਇੱਕ ਹਿੰਦੂ ਦੀ ਜਾਨ ਬਦਲੇ 2 ਮਾਸੂਮ ਮੁਸਲਮਾਨ ਬੱਚਿਆਂ ਦੀ ਜਾਨ ਲੈ ਲੈਣ। ਹਾਲਾਂਕਿ ਇਸ ਪਾਗਲਪਨ ਦੇ ਦੌਰ 'ਚ ਸਭ ਕੁਝ ਸੰਭਵ ਹੈ, ਪਰ
ਮੈਂ ਇਹੀ ਸੋਚਦਾ ਹੋਇਆ ਫਸਟ ਕਲਾਸ ਦੀ ਕੈਂਟੀਨ ਵੱਲ ਜਾ ਰਿਹਾ ਸੀ ਕਿ ਉੱਧਰੋਂ ਇੱਕ ਆਦਮੀ ਆਇਆ ਅਤੇ ਜ਼ੋਰ ਨਾਲ ਕਹਿੰਦਾ ਹੋਇਆ ਮੇਰੇ ਨਾਲ ਲਿਪਟ ਗਿਆ, ਉਹ ਪੰਡਤ ਜੀ ਤੂੰ ਕਿੱਥੇ? ਮੈਂ ਦੇਖਿਆ ਤਾਂ ਸ਼ਾਹਿਦ ਸੀ। ਸ਼ਾਹਿਦ ਲਾਹੌਰ ਸਟੇਸ਼ਨ ਦਾ TT ਸੀ ਅਤੇ ਆਪਣਾ ਪੁਰਾਣਾ ਯਾਰ ਸੀ। ਸ਼ਾਹਿਦ ਦੀਆਂ ਅੱਖਾਂ ਮੈਨੂੰ ਪਛਾਣ ਕੇ ਖੁਸ਼ੀ ਨਾਲ ਲਿਸ਼ਕਣ ਲੱਗੀਆਂ, ਪਰ ਮੈਂ ਇਸ ਹਾਲਾਤ 'ਚ ਆਪਣਾ ਨਾਂ ਸੁਣ ਕੇ ਤਰਬ ਗਿਆ। ਇਸ ਮੌਕੇ ਕਿਸੇ ਹਿੰਦੂ ਨੂੰ ਨਾਂ ਲੈ ਕੇ ਬੁਲਾਉਣਾ ਜਿਵੇਂ ਮੌਤ ਨੂੰ ਸੱਦਾ ਦੇਣਾ ਸੀ। ਮੈਂ ਆਪਣੀ ਉਂਗਲ ਆਪਣੇ ਬੁੱਲ੍ਹਾਂ 'ਤੇ ਰੱਖੀ ਅਤੇ ਇੱਧਰ ਉੱਧਰ ਦੇਖ ਕੇ ਕਿਹਾ, ਖੁਦਾ ਦੀ ਖੈਰ ਮਨਾਓ ਕਿ ਕਿਸੇ ਨੇ ਸੁਣਿਆ ਨਹੀਂ। ਸ਼ਾਹਿਦ ਸ਼ਰਮਿੰਦਾ ਹੋ ਗਿਆ, ਸੌਰੀ ਮੈਨੂੰ ਖਿਆਲ ਨਹੀਂ ਰਿਹਾ ਦੋਸਤ। ਸ਼ਾਹਿਦ ਨੇ ਮਾफ़ੀ ਮੰਗੀ, ਮੈਨੂੰ ਆਪਣੇ ਕੈਬਿਨ 'ਚ ਲੈ ਗਿਆ, ਚਾਹ ਪਿਆਈ, ਫਿਰ ਪੁੱਛਿਆ ਹੁਣ ਤੂੰ ਕਿੱਥੇ ਜਾਏਂਗਾ? ਮੈਂ ਸ਼ਾਹਿਦ ਨੂੰ ਕਿਹਾ ਮੈਂ ਆਇਆ ਤਾਂ ਆਪਣੇ ਘਰ ਸੀ, ਪਰ ਇੱਥੇ ਪਤਾ ਲੱਗਿਆ ਸਾਰੇ ਲੋਕ ਇੱਥੋਂ ਭੱਜ ਗਏ ਨੇ। ਕੁਛ ਦੇਰ ਆਪਣੇ ਦੋਸਤ ਕੋਲ ਰਿਹਾ ਅਤੇ ਉਹਦੇ ਲਈ ਮੁਸੀਬਤ ਦਾ ਸਬੱਬ ਬਣਿਆ। ਹੁਣ ਸੋਚਦਾ ਪਿੰਡ ਜਾਵਾਂਗਾ, ਸ਼ਾਇਦ ਮੇਰੇ ਬੀਵੀ ਬੱਚੇ ਉੱਥੇ ਹੀ ਹੋਣ। ਤੇਰਾ ਪਿੰਡ ਕਿਹੜਾ ਹੈ? ਸ਼ਾਹਿਦ ਨੇ ਮੈਨੂੰ ਪੁੱਛਿਆ। ਕੋਟਲੀ ਸੂਦਕਾਂ। ਕੋਟਲੀ ਸੂਦਕਾਂ ਕਿੱਥੇ ਹੀ? ਕੋਟਲੀ ਸੂਦਕਾਂ ਤਹਿਸੀਲ ਸ਼ੱਕਰਗੜ੍ਹ 'ਚ ਅਤੇ ਸ਼ੱਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ 'ਚ। ਤਾਂ ਤੂੰ ਨਾਰੋਵਾਲ ਦੇ ਰਸਤੇ ਜਾਏਂਗਾ? ਠੀਕ ਹੈ, ਮੈਂ ਤੈਨੂੰ ਟਿਕਟ ਲਿਆ ਦਿੰਦਾ। ਥੋੜ੍ਹੀ ਦੇਰ 'ਚ ਗੱਡੀ ਜਾਣ ਵਾਲੀ ਹੈ। ਉਹਨੇ ਘੜੀ ਦੇਖ ਕੇ ਕਿਹਾ ਅਤੇ ਟਿਕਟ ਲਿਆਉਣ ਚਲਾ ਗਿਆ। ਸ਼ਾਹਿਦ ਨੇ ਟਿਕਟ ਲਿਆ ਕੇ ਮੈਨੂੰ ਦਿੱਤੀ, ਮੈਨੂੰ ਨਾਰੋਵਾਲ ਵਾਲੀ ਗੱਡੀ 'ਚ ਚੜ੍ਹਾ ਦਿੱਤਾ ਅਤੇ ਗਾਰਡ ਨੂੰ ਮੇਰੀ ਦੇਖਭਾਲ ਲਈ ਕਹਿ ਕੇ ਮੈਥੋਂ ਵਿਦਾ ਹੋ ਕੇ ਚਲਾ ਗਿਆ। ਗੱਡੀ ਨਾਰੋਵਾਲ ਵੱਲ ਜਾਣ ਲੱਗੀ ਤਾਂ ਮੇਰੇ ਦਿਮਾਗ 'ਚ ਪੰਜਾਬੀ ਦੇ ਦੋ ਬੋਲ ਇੰਝ ਚਮਕਣ ਲੱਗੇ ਜਿਵੇਂ ਹਨੇਰੀ ਰਾਤ 'ਚ ਕਿਸੇ ਦੀਆਂ ਅੱਥਰੂ ਭਰੀਆਂ ਦੋ ਅੱਖਾਂ ਚਮਕ ਰਹੀਆਂ ਹੋਣ। ਗੱਡੀ ਆਈ ਨਾਰੋਵਾਲ ਦੀ, ਬੁੱਢੇ ਦੀ ਦਾੜੀ ਵਿੱਚ ਅੱਗ ਬਾਲਦੀ, ਅਤੇ ਯਕਦਮ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ ਅਤੇ ਅਚਾਨਕ ਮੈਨੂੰ ਇੰਝ ਲੱਗਿਆ ਜਿਵੇਂ ਪੰਜਾਬ ਇੱਕ ਬੁੱਢਾ ਹੈ, ਇੱਕ ਚਿੱਟੇ ਵਾਲਾਂ ਵਾਲਾ ਕਿਸਾਨ ਹੈ ਜਿਹਦੀ ਦਾੜੀ ਨੂੰ ਫਿਰਕਾ ਪ੍ਰਸਤੀ ਨੇ ਅੱਗ ਲਾ ਦਿੱਤੀ ਹੈ। ਉਹ ਵੈਰ ਦੀ ਅੱਗ 'ਚ ਸੜ ਰਿਹਾ ਹੈ, ਪੰਜਾਬੀਆਂ ਦੀ ਇੱਜ਼ਤ ਤੇ ਆਬਰੂ ਸੜ ਰਹੀ ਹੈ ਅਤੇ ਉਹ ਚਿੱਟੇ ਵਾਲਾਂ ਵਾਲਾ ਕਿਸਾਨ ਬੇਬਸ ਤੇ ਬੇਚਾਰਾ ਹੋ ਕੇ ਆਪਣੀਆਂ ਝੁਰੜੀਆਂ ਦੀ ਉੱਚ ਲੁਕੀਆਂ ਅੱਖਾਂ 'ਚ ਅੱਥਰੂ ਵਹਾ ਰਿਹਾ ਅਤੇ ਸਿਰ ਹਿਲਾ ਹਿਲਾ ਕੇ ਭਰੜਾਈ ਆਵਾਜ਼ 'ਚ ਕਹਿ ਰਿਹਾ ਹੈ, ਗੱਡੀ ਆਈ ਨਾਰੋਵਾਲ ਦੀ, ਬੁੱਢੇ ਦੀ ਦਾੜੀ ਵਿੱਚ ਅੱਗ ਬਾਲਦੀ। ਧੰਨਵਾਦ।